वाहिगुरु जी का खालसा श्री वाहिगुरु जी की फतेह। मैं डॉक्टर पूनमदीप सिंह, हेड एंड असिस्टेंट प्रोफैसर डिपार्टमेंट ऑफ पब्लिक एडमिनिस्ट्रेशन खालसा कॉलेज पटियाला। प्यारे विद्यार्थियों, जिस सबजैक्ट बारे अज असीं गल करन जा रहे हैं, जिस पेपर बारे असीं गल करन जा रहे हैं, वो है इंडियन एडमिनिस्ट्रेशन, भारतीय प्रशासन। जिहड़ा तुहाडा सैकेंड पेपर है, सैकेंड पेपर जिहड़ा तुसीं सैकेंड समैस्टर च स्टडी करोगे, वो पेपर है इंडियन एडमिनिस्ट्रेशन। ਤਾਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਤੁਹਾਡੇ ਪੇਪਰ ਦਾ ਪੈਟਰਨ ਦੱਸ ਦੇਵਾਂ। ਜੋ ਪੇਪਰ ਦਾ ਪੈਟਰਨ ਕੀ ਹੋਏਗਾ, ਇਹ ਪੇਪਰ 3 ਘੰਟਿਆਂ ਦਾ ਹੋਏਗਾ, ਜਿਹਦੇ 'ਚ ਮੈਕਸਿਮਮ ਮਾਰਕਸ ਤੁਹਾਡੇ 100 ਹੋਣਗੇ, ਪਾਸ ਮਾਰਕਸ 35 ਹੋਣਗੇ, ਜੇ ਥਿਊਰੀ ਹੋਏਗੀ 70 ਮਾਰਕਸ ਦੀ, ਤੇ ਇੰਟਰਨਲ ਅਸੈਸਮੈਂਟ 30 ਮਾਰਕਸ ਦੀ। ਜਿਹੜੀ ਇੰਟਰਨਲ ਅਸੈਸਮੈਂਟ ਹੈ ਉਹ ਤੁਹਾਡੀ 30 ਮਾਰਕਸ ਦੀ ਜਿਹੜੀ ਹੈ ਉਹ ਕਿਵੇਂ ਕਾਊਂਟ ਕੀਤੀ ਜਾਏਗੀ। ਜਿਵੇਂ 30 ਮਾਰਕਸ ਦੇ ਵਿੱਚ ਅਸੀਂ ਕਿਹੜੀਆਂ ਚੀਜ਼ਾਂ ਨੂੰ ਕੰਸੀਡਰ ਕਰਦੇ ਹਾਂ, ਉਹ ਹੈ ਸਭ ਤੋਂ ਪਹਿਲਾਂ ਤੁਹਾਡੀ 75% ਅਟੈਂਡੈਂਸ ਚਾਹੀਦੀ ਹੈ, ਤੁਹਾਡੇ 75% ਲੈਕਚਰ ਲਗਾਏ ਹੋਣ। ਦੂਸਰਾ ਹੈ ਤੁਹਾਡੇ 2 MST ਹੋਣਗੇ, ਇੰਟਰਨਲ ਪੇਪਰ ਹੋਣਗੇ ਕਾਲਜ ਦੇ ਜਿਹੜੇ ਹੁੰਦੇ ਨੇ, ਉਹਦੇ ਜਿਹੜੇ ਤੁਸੀਂ ਨੰਬਰ ਉਹਦੇ ਓਬਟੇਨ ਕਰੋਗੇ ਉਹਨਾਂ ਦੀ ਟੋਟਲ ਪਰਸੈਂਟ ਅਸੀਂ ਕਾਊਂਟ ਕਰਾਂਗੇ। ਤੇ ਥਰਡ ਹੋਏਗੀ ਤੁਹਾਡੀ ਅਸਾਈਨਮੈਂਟ ਜਾਂ ਤੁਹਾਡੀ ਪ੍ਰੈਜੈਂਟੇਸ਼ਨ, ਜੋ ਤੁਸੀਂ ਜਾਂ ਤਾਂ ਰਿਟਨ ਦੇ ਵਿੱਚ ਜਾਂ ਤੁਸੀਂ ਆਪਣੀ ਇੱਕ ਫਾਈਲ ਬਣਾ ਕੇ ਲਿਆਓਗੇ, ਜੋ ਤੁਸੀਂ ਕਾਲਜ ਦੇ ਜਿਹੜੀ ਕਲਾਸਰੂਮ ਦੇ ਵਿੱਚ ਤੁਸੀਂ ਆਪਣੀ ਉਸ ਟੌਪਿਕ ਦਿੱਤੇ ਹੋਏ ਟੌਪਿਕ ਦੇ ਉੱਤੇ ਪ੍ਰੈਜੈਂਟੇਸ਼ਨ ਪੇਸ਼ ਕਰੋਗੇ। ਇਸ ਤਰ੍ਹਾਂ ਤੁਹਾਡੀ 30 ਮਾਰਕਸ ਦੀ ਜਿਹੜੀ ਇੰਟਰਨਲ ਅਸੈਸਮੈਂਟ ਹੋਏਗੀ, ਤੇ 70 ਮਾਰਕਸ ਦਾ ਤੁਹਾਡਾ ਜਿਹੜਾ ਤੁਸੀਂ ਰਿਟਨ 'ਚ ਪੇਪਰ ਦੇਣਾ, ਫਾਈਨਲ ਪੇਪਰ, ਉਹ ਹੋਏਗਾ। ਟੋਟਲ 100 ਮਾਰਕਸ ਹੋਣਗੇ। ਤਾਂ ਅੱਗੇ ਗੱਲ ਕਰਦੇ ਹਾਂ ਇਸ ਪੇਪਰ ਦੇ ਵਿੱਚ ਅਸੀਂ ਸਟੱਡੀ ਕੀ ਕਰਾਂਗੇ। ਜਿਹੜਾ ਤੁਹਾਡਾ ਇਹ ਸੈਕਿੰਡ ਸਮੈਸਟਰ ਦਾ ਸੈਕਿੰਡ ਪੇਪਰ ਹੈ, ਇਹਦੇ ਵਿੱਚ ਅਸੀਂ ਸਟੱਡੀ ਕਰਾਂਗੇ ਫੀਚਰਸ ਆਫ ਇੰਡੀਅਨ ਐਡਮਿਨਿਸਟ੍ਰੇਸ਼ਨ। ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਫੀਚਰਸ ਕੀ ਨੇ, ਵਿਸ਼ੇਸ਼ਤਾਵਾਂ ਕੀ ਨੇ, ਉਹਦੇ 'ਚ ਜਿਵੇਂ ਅਸੀਂ ਗੱਲ ਕਰਾਂਗੇ ਫੈਡਰਲਿਜ਼ਮ ਦੀ ਗੱਲ ਕਰਾਂਗੇ। ਫੈਡਰਲਿਜ਼ਮ ਕੀ ਹੈ? ਡਿਊਲ ਪੋਲਿਟੀ ਹੈ, ਸਾਡੇ ਕੋਲ ਰਿਟਨ ਕੌਨਸਟੀਟਿਊਸ਼ਨ ਹੈ, ਜਿਹੜੀ ਕੌਨਸਟੀਟਿਊਸ਼ਨ ਦੀ ਸੁਪਰੀਮੇਸੀ ਹੈ, ਇੰਡੀਪੈਂਡੈਂਟ ਜੁਡੀਸ਼ਰੀ ਹੈ। ਇਸ ਤਰ੍ਹਾਂ ਦੀਆਂ ਅਸੀਂ ਜਿਹੜੀਆਂ ਫੈਡਰਲਿਜ਼ਮ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਉਹਨਾਂ ਦੀ ਗੱਲ ਕਰਾਂਗੇ। ਅਤੇ ਸਾਡਾ ਜਿਹੜਾ ਇੰਡੀਅਨ ਕੌਨਸਟੀਟਿਊਸ਼ਨ ਹੈ ਜਾਂ ਇੰਡੀਅਨ ਐਡਮਿਨਿਸਟ੍ਰੇਸ਼ਨ ਹੈ, ਉਹਦੀ ਗੱਲ ਕਰਾਂਗੇ ਵੀ ਉਹ ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਫੀਚਰ ਕੀ ਨੇ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਲੈਜਿਸਲੇਟਿਵ ਅਤੇ ਐਡਮਿਨਿਸਟ੍ਰੇਟਿਵ ਰਿਲੇਸ਼ਨ ਬਿਟਵੀਨ ਦੀ ਯੂਨੀਅਨ ਐਂਡ ਦੀ ਸਟੇਟ। ਜਿਹੜੇ ਯੂਨੀਅਨ ਅਤੇ ਸਟੇਟ ਦੇ ਵਿੱਚ ਜਿਹੜੇ ਰਿਲੇਸ਼ਨਸ ਨੇ ਉਹਨਾਂ ਦੀ ਗੱਲ ਕਰਾਂਗੇ। ਜਿਵੇਂ ਸਾਡੇ ਕੋਲ 3 ਲਿਸਟ ਨੇ, ਯੂਨੀਅਨ ਲਿਸਟ, ਸਟੇਟ ਲਿਸਟ, ਅਤੇ ਥਰਡ ਹੈ ਕਨਕਰੰਟ ਲਿਸਟ। ਉਹਨਾਂ ਦੇ ਵਿੱਚ ਕਿਹੜੇ ਸਬਜੈਕਟਸ ਨੇ ਉਹਨਾਂ ਦੀ ਗੱਲ ਕਰਾਂਗੇ, ਕਿੰਨੇ ਸਬਜੈਕਟ ਨੇ ਉਹਨਾਂ ਦੀ ਗੱਲ ਕਰਾਂਗੇ, ਉਹਨਾਂ 'ਤੇ ਰੂਲ ਬਣਾਉਣ ਦਾ ਰਾਈਟ ਕਿਹਦੇ ਕੋਲ ਆ। ਜੇ ਕਿਸੇ ਤਰ੍ਹਾਂ ਦਾ ਸੈਂਟਰ ਅਤੇ ਸਟੇਟ ਦੇ ਵਿੱਚ ਡਿਸਪਿਊਟ ਹੁੰਦਾ ਹੈ ਤਾਂ ਫਾਈਨਲ ਡਿਸੀਜਨ ਕਿਸ ਦਾ ਹੋਊਗਾ। ਇਹ ਸਾਰੇ ਸਬਜੈਕਟ ਦੇ ਵਿੱਚ, ਇਹ ਸਾਰੇ ਟੌਪਿਕ ਦੇ ਉੱਤੇ ਅਸੀਂ ਕਲਾਸਰੂਮ ਦੇ ਵਿੱਚ ਜਾਂ ਨੈਕਸਟ ਆਉਣ ਵਾਲੇ ਲੈਕਚਰਸ ਦੇ ਵਿੱਚ ਅਸੀਂ ਜਿਹੜੇ ਰਿਕਾਰਡਡ ਲੈਕਚਰ ਆਉਣਗੇ ਉਹਨਾਂ ਵਿੱਚ ਅਸੀਂ ਗੱਲ ਕਰਾਂਗੇ। ਇਸ ਤੋਂ ਬਾਅਦ ਅਸੀਂ ਯੂਨੀਅਨ ਐਗਜ਼ੀਕਿਊਟਿਵ ਦੀ ਗੱਲ ਕਰਾਂਗੇ। ਯੂਨੀਅਨ ਐਗਜ਼ੀਕਿਊਟਿਵ ਦੇ ਵਿੱਚ ਦ ਪ੍ਰੈਜ਼ੀਡੈਂਟ, ਦੀ ਪ੍ਰਾਈਮ ਮਿਨਿਸਟਰ, ਦੀ ਕਾਉਂਸਲ ਆਫ ਮਿਨਿਸਟਰ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ, ਜਿਹੜਾ ਸੈਂਟਰ ਗੌਰਮੈਂਟ ਦਾ ਹੈ, ਉਹਦੀ ਗੱਲ ਕਰਾਂਗੇ। ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ, ਜਿਹੜਾ ਤੁਹਾਡਾ ਇੰਡੀਅਨ ਐਡਮਿਨਿਸਟ੍ਰੇਸ਼ਨ ਦਾ ਫਸਟ ਪਾਰਟ ਹੋਏਗਾ, ਉਹ ਸਾਰੇ ਦਾ ਸਾਰਾ ਸੈਂਟਰ ਗੌਰਮੈਂਟ ਦੀ ਜਿਹੜੀ ਮਕੈਨੀਕਲ ਸੈਟਅਪ ਹੈ ਜਾਂ ਐਡਮਿਨਿਸਟ੍ਰੇਟਿਵ ਸੈਟਅਪ ਹੈ, ਉਸ ਚੀਜ਼ ਦੀ ਗੱਲ ਕਰੇਗਾ। ਇਸੇ ਤਰ੍ਹਾਂ ਆਪਾਂ ਅੱਗੇ ਗੱਲ ਕਰਾਂਗੇ ਕੈਬਨਿਟ ਸੈਕਟਰੀਏਟ। ਕੈਬਨਿਟ ਸੈਕਟਰੀਏਟ ਕੀ ਹੈ, ਉਹਦੀਆਂ ਫੰਕਸ਼ਨਿੰਗ ਕੀ ਹੈ, ਉਹਦਾ ਸਟਰਕਚਰ ਕੀ ਹੈ, ਉਹਦੇ ਰੋਲ ਕੀ ਨੇ। ਇਸੇ ਤਰ੍ਹਾਂ ਸੈਂਟਰਲ ਸੈਕਟਰੀਏਟ ਕੀ ਹੈ, ਉਹਦਾ ਕੀ ਆਰਗੇਨਾਈਜੇਸ਼ਨਲ ਸੈਟਅਪ ਹੈ, ਉਹਦੇ 'ਚ ਕਿੰਨੀਆਂ ਡਿਵੀਜ਼ਨ ਹੁੰਦੀਆਂ ਨੇ, ਕਿਹੜੇ ਆਫਿਸਰਸ ਹੁੰਦੇ ਨੇ, ਉਹ ਸਾਰਿਆਂ ਦੀ ਗੱਲ ਕਰਾਂਗੇ। ਉਹਦਾ ਕੀ ਫੰਕਸ਼ਨਿੰਗ ਕੀ ਹੈ, ਉਹਦਾ ਰੋਲ ਕੀ ਹੈ। ਇਸ ਤੋਂ ਬਾਅਦ ਨੈਕਸਟ ਟੌਪਿਕ ਜਿਹੜਾ ਤੁਹਾਡਾ ਰਹੇਗਾ ਪਾਰਲੀਮੈਂਟਰੀ ਡੈਮੋਕ੍ਰੇਸੀ, ਜਿਹੜੀ ਸਾਡੇ ਇੰਡੀਆ ਦੇ ਵਿੱਚ, ਜਿਹੜਾ ਸਾਡਾ ਵਰਲਡ ਦਾ ਸਭ ਤੋਂ ਬਿਗੈਸਟ ਡੈਮੋਕ੍ਰੇਸੀ ਸਾਡੇ ਕੋਲ ਹੈਗੀ ਹੈ, ਲਾਰਜੈਸਟ ਡੈਮੋਕ੍ਰੇਸੀ ਕਹਿ ਸਕਦੇ ਹਾਂ ਜਾਂ ਬਿਗੈਸਟ ਡੈਮੋਕ੍ਰੇਸੀ ਕਹਿ ਸਕਦੇ ਹਾਂ, ਉਹਦੀ ਗੱਲ ਕਰਾਂਗੇ। ਸਾਡੀ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਜਿਹਦੇ 'ਚ ਅਸੀਂ ਪਾਰਲੀਮੈਂਟ ਦੇ ਜਿਹੜੇ 2 ਹਾਊਸ ਨੇ, ਲੋਕ ਸਭਾ ਅਤੇ ਰਾਜ ਸਭਾ ਦੀ ਗੱਲ ਕਰਾਂਗੇ। ਲੋਕ ਸਭਾ ਦੀ ਕੰਪੋਜੀਸ਼ਨ ਕੀ ਹੈ, ਉਹਦੀ ਵਰਕਿੰਗ ਕੀ ਹੈ, ਉਹਦੇ 'ਚ
किस तरह कोई बिल एक्ट बनता है, वो सारी गलबात करांगे। उन्होंने पावर्स की ने, उन्होंने रोल की है, राज्य सभा का की रोल है, राज्य सभा के मैंबर ते लोक सभा के मैंबर की इलैक्शन किवें हुंदी है, वो सारी गलबात इहदे विच कीती जाएगी। और इहदे विच असीं गल करांगे करंट टॉपिक ते भी गल करांगे, राज्य सभा ते लोक सभा दे विच किहड़ा बिल इंट्रोड्यूस किया गया हुण रीसेंटली, जां राज्य सभा कोल किहड़ियां-किहड़ियां स्पैशल पावर ने, लोक सभा कोल जिहड़ियां नहीं हैगियां। इस तरह के काफ़ी जिहड़े टॉपिक्स ने असीं इन्हां टॉपिक दे विच कवर करांगे, काफ़ी जिहड़े इशूज़ ने असीं उहदे विच गल करांगे। नैक्सट टॉपिक रहेगा साडा सुप्रीम कोर्ट, उहदी ऑर्गेनाइजेशन एंड उहदा फंक्शन। ऑर्गेनाइजेशन सुप्रीम कोर्ट साडी जिहड़ी दिल्ली च उहदा जे असीं कहिए स्टेटेड हैगी है, तो उहदी ऑर्गेनाइजेशनल सैटअप की है, जज किस तरह अपॉइंट होंदे ने, उन्हां दी की सर्विस कंडीशन की ने, उन्हां दियां जिहड़ियां रिटायरमेंट एज की है, ਜਾਂ ਹੋਰ ਵੀ ਵਗੈਰਾ ਵਗੈਰਾ ਕਾਫੀ ਕੰਮ ਨੇ ਜਿਹੜੇ ਸੁਪਰੀਮ ਕੋਰਟ ਨੂੰ ਮਤਲਬ ਜਿਹੜੇ ਸਪੈਸ਼ਲੀ ਸੁਪਰੀਮ ਕੋਰਟ ਕੋਲੇ ਆ, ਜਿਵੇਂ ਅਸੀਂ ਕਹੀਏ ਜੁਡੀਸ਼ੀਅਲ ਰਿਵਿਊ ਕੀ ਹੈ, ਜਾਂ ਕੋਰਟ ਆਫ ਰਿਕਾਰਡ ਕੀ ਹੈ, ਜਾਂ ਸਾਡੇ ਮੈਂਡਮਸ ਕੀ ਜਿਹੜੀਆਂ ਸਾਡੇ ਰਿਟਸ ਨੇ ਉਹ ਕੀ ਨੇ, ਉਹਨਾਂ ਦੀ ਗੱਲ ਕਰਾਂਗੇ। ਇਸ ਤੋਂ ਬਾਅਦ ਇਹਦੇ ਫੰਕਸ਼ਨਸ ਦੀ ਗੱਲ ਕਰਾਂਗੇ, ਇਹਦੇ ਕੋਲ ਕਿਹੜੀਆਂ ਕਿਹੜੀਆਂ ਪਾਵਰ ਤੇ ਫੰਕਸ਼ਨਸ ਹੈਗੇ ਨੇ। ਲਾਸਟ ਇਸ ਸੈਕਸ਼ਨ ਦੇ ਵਿੱਚ ਸਾਡੇ ਕੋਲ ਲਾਸਟ ਰਹਿ ਜਾਏਗਾ ਟੌਪਿਕ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ, ਜਿਹੜਾ ਸਾਡਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਨੂੰ ਰੋਕਣ ਵਾਸਤੇ ਜਾਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਤੋਂ ਪ੍ਰੋਟੈਕਸ਼ਨ ਵਾਸਤੇ ਸਾਡੇ ਕੋਲੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਸੈਟਅਪ ਕੀਤਾ ਗਿਆ। ਉਹਦੀ ਕੰਪੋਜੀਸ਼ਨ, ਉਹਦੇ ਫੰਕਸ਼ਨ ਤੇ ਉਹਦੇ ਰੋਲ ਦੀ ਗੱਲ ਇਸ ਸੈਕਸ਼ਨ ਦੇ ਵਿੱਚ ਕੀਤੀ ਜਾਏਗੀ। ਇਹ ਤੁਹਾਡਾ ਹੋਏਗਾ ਏ ਸੈਕਸ਼ਨ, ਪੇਪਰ ਸੈਕਿੰਡ ਦਾ ਇੰਡੀਅਨ ਐਡਮਿਨਿਸਟ੍ਰੇਸ਼ਨ ਦਾ, ਭਾਰਤੀ ਪ੍ਰਸ਼ਾਸਨ ਦਾ ਏ ਸੈਕਸ਼ਨ। ਅੱਗੇ ਸਾਡੇ ਕੋਲ ਦੂਸਰਾ ਸੈਕਸ਼ਨ ਹੈਗਾ ਸੈਕਸ਼ਨ ਬੀ। ਇਸ ਸੈਕਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ, ਜਿਸ ਤਰ੍ਹਾਂ ਅਸੀਂ ਇਸ ਸੈਕਸ਼ਨ ਦੇ ਵਿੱਚ ਗੱਲ ਕੀਤੀ ਹੈ ਸੈਂਟਰ ਗਵਰਨਮੈਂਟ ਦੀ, ਇਸ ਦੇ ਵਿੱਚ ਅਸੀਂ ਸਟੇਟ ਗਵਰਨਮੈਂਟ ਦੀ ਗੱਲ ਕਰਾਂਗੇ। ਸਟੇਟ ਗਵਰਨਮੈਂਟ ਦੇ ਵਿੱਚ ਅਸੀਂ ਗੱਲ ਕਰਾਂਗੇ ਪਹਿਲਾਂ ਸਭ ਤੋਂ ਜਿਹੜੇ ਸਾਡੇ ਹੈਗੇ ਨੇ ਗਵਰਨਰ, ਦ ਗਵਰਨਰ, ਦ ਚੀਫ ਮਿਨਿਸਟਰ, ਦੀ ਕਾਉਂਸਲ ਆਫ ਮਿਨਿਸਟਰ, ਸਟੇਟ ਕਾਉਂਸਲ ਆਫ ਮਿਨਿਸਟਰ। ਗਵਰਨਰ ਦੀ ਅਪੁਆਇੰਟਮੈਂਟ ਜਾਂ ਉਹਦੀ ਸਿਲੈਕਸ਼ਨ ਇਲੈਕਸ਼ਨ, ਉਹਦੀਆਂ ਪਾਵਰਸ ਕੀ ਨੇ, ਉਹਦੇ ਕੋਲ ਕਿਹੜੀਆਂ ਕਿਹੜੀਆਂ ਡਿਸਕ੍ਰਿਸ਼ਨਲ ਪਾਵਰ ਨੇ। ਇਸੇ ਤਰ੍ਹਾਂ ਚੀਫ ਮਿਨਿਸਟਰ ਦੀ ਅਪੁਆਇੰਟਮੈਂਟ, ਉਹਦੀਆਂ ਕਾਉਂਸਲ ਆਫ ਮਿਨਿਸਟਰ ਦੇ ਰਿਲੇਟਡ ਪਾਵਰ ਕੀ ਨੇ, ਉਹਦੀਆਂ ਹੋਰ ਕੀ ਕੀ ਰਿਸਪੌਂਸਿਬਿਲਿਟੀਆਂ ਨੇ ਜਾਂ ਰਿਸਪੌਂਸਿਬਿਲਿਟੀਜ਼ ਨੇ। ਇਸੇ ਤਰ੍ਹਾਂ ਸਟੇਟ ਕਾਉਂਸਲ ਆਫ ਮਿਨਿਸਟਰ ਦੀ ਅਸੀਂ ਜਿਹੜੀ ਹੈਗੀ ਹੈ ਕੰਪੋਜੀਸ਼ਨ ਦੀ ਗੱਲ ਕਰਾਂਗੇ, ਉਹਦੇ ਫੰਕਸ਼ਨਸ ਦੀ ਗੱਲ ਕਰਾਂਗੇ, ਉਹਦੇ ਰੋਲ ਦੀ ਗੱਲ ਕਰਾਂਗੇ। ਇਸੇ ਤਰ੍ਹਾਂ ਨੈਕਸਟ ਟੌਪਿਕ ਹੈਗਾ ਸਾਡਾ ਦਾ ਚੀਫ ਸੈਕਟਰੀ। ਚੀਫ ਸੈਕਟਰੀ ਜਿਹੜੇ ਸਾਡੇ ਚੀਫ ਐਗਜ਼ੀਕਿਊਟਿਵ ਆਫਿਸਰ ਰਹਿ ਗਏ, ਇਸ ਸਾਡੇ ਪੰਜਾਬ ਸਟੇਟ ਦੀ ਗੱਲ ਕਰਾਂਗੇ। ਉਸੇ ਤਰ੍ਹਾਂ ਸਟੇਟ ਸੈਕਟਰੀਏਟ ਦੀ ਗੱਲ ਕਰਾਂਗੇ, ਉਹਦੀ ਡਿਵੀਜ਼ਨਸ ਦੀ ਗੱਲ ਕਰਾਂਗੇ, ਉਹਦੀਆਂ ਜਿਹੜੀਆਂ ਬ੍ਰਾਂਚਸ ਦੀ ਗੱਲ ਕਰਾਂਗੇ, ਉਹਦੀਆਂ ਜਿਹੜੀਆਂ ਅਸੀਂ ਹੋਰ ਜਿਹੜੇ ਉਹਦੇ ਸੈਕਟਰੀਏਟ ਦੇ ਵਿੱਚ ਆਫੀਸ਼ੀਅਲਸ ਨੇ, ਉਹਨਾਂ ਦੀ ਫੰਕਸ਼ਨਿੰਗ ਕੀ ਹੈ, ਉਹਨਾਂ ਦੀ ਆਰਗੇਨਾਈਜੇਸ਼ਨਲ ਸੈਟਅਪ ਕੀ ਹੈ, ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨਸ ਕੀ ਨੇ, ਉਹਨਾਂ ਦੇ ਵਾਸਤੇ ਉਹਨਾਂ ਦੀ ਵਰਕਿੰਗ ਕੀ ਹੈ, ਉਹਦੀ ਗੱਲ ਕਰਾਂਗੇ। ਇਸੇ ਤਰ੍ਹਾਂ ਨੈਕਸਟ ਟੌਪਿਕ ਰਹੇਗਾ ਸਾਡਾ ਸਟੇਟ ਲੈਜਿਸਲੇਚਰ। ਸਟੇਟ ਲੈਜਿਸਲੇਚਰ ਦੇ ਵਿੱਚ ਕੰਪੋਜੀਸ਼ਨ ਤੇ ਫੰਕਸ਼ਨ ਕੀ ਨੇ। ਸਟੇਟ ਲੈਜਿਸਲੇਚਰ ਦੇ ਵਿੱਚ ਅਸੀਂ ਪੰਜਾਬ ਸਟੇਟ ਦੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈ ਉਹਦੀ ਗੱਲ ਕਰਾਂਗੇ। ਸਾਡੇ ਕੋਲੇ ਸਟੇਟ ਲੈਜਿਸਲੇਚਰ ਦੇ ਵਿੱਚ ਸਿੰਗਲ ਹਾਊਸ ਹੈ, ਜਿਹਨੂੰ ਅਸੀਂ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਨਾਂ 'ਤੇ ਜਾਣਦੇ ਹਾਂ। ਸਾਡੇ ਕੋਲੇ ਲੈਜਿਸਲੇਟਿਵ ਅਸੈਂਬਲੀ ਹੈ, ਲੈਜਿਸਲੇਟਿਵ ਕਾਉਂਸਲ ਨਹੀਂ ਹੈ ਸਾਡੇ ਪੰਜਾਬ ਦੇ ਵਿੱਚ। ਇਸੇ ਤਰ੍ਹਾਂ ਹੋਰ ਸਟੇਟਾਂ ਦੇ ਵਿੱਚ ਵੀ ਜਿਨ੍ਹਾਂ 'ਚ ਨਹੀਂ ਹੈ ਹਾਊਸ, ਮਤਲਬ ਸਾਡੇ ਕੋਲ ਬਾਈ ਕੈਮਰਲ ਹਾਊਸ ਹੈ ਜਾਂ ਸਿੰਗਲ ਹਾਊਸ, ਅਸੀਂ ਉਹਦੀ ਗੱਲ ਕਰਾਂਗੇ। ਉਸ ਤੋਂ ਬਾਅਦ ਅਸੀਂ ਨੈਕਸਟ ਟੌਪਿਕ 'ਤੇ ਗੱਲ ਕਰਾਂਗੇ ਹਾਈ ਕੋਰਟ, ਜਿਹੜੀ ਸਾਡੀ ਸਟੇਟ ਦੀ ਸੁਪਰੀਮ ਮਤਲਬ ਜਿਹੜੀ ਕੋਰਟ ਹੈ ਉਹਨੂੰ ਅਸੀਂ ਗੱਲ ਕਰਾਂਗੇ, ਹਾਈ ਕੋਰਟ ਦੀ ਗੱਲ ਕਰਾਂਗੇ। ਉਹਦੀ ਆਰਗੇਨਾਈਜੇਸ਼ਨਲ ਸੈਟਅਪ ਕੀ ਹੈ, ਉਹਦਾ ਆਫਿਸ ਕਿੱਥੇ ਹੈ ਜਾਂ ਮਤਲਬ ਕਿੱਥੇ ਸਿਚੁਏਟਡ ਹੈਗੀ ਹੈ, ਜਾਂ ਉਹਦੇ ਫੰਕਸ਼ਨ ਕੀ ਨੇ, ਉਹਦੇ ਕੋਲ ਕਿਹੜੀਆਂ ਕਿਹੜੀਆਂ ਪਾਵਰਸ ਨੇ, ਜਾਂ ਉਹਨੇ ਕਿਸ ਤਰ੍ਹਾਂ ਕੰਮ ਕਰਨਾ ਹੈ, ਉਹਦੀ ਗੱਲ ਕਰਾਂਗੇ। ਤੇ ਕਿਹੜੇ ਕਿਹੜੇ ਰਾਈਟ ਜਿਹੜੇ ਅਸੀਂ ਮਤਲਬ ਉਹਨਾਂ ਦੀ ਵੀ ਗੱਲ ਕਰਾਂਗੇ, ਕਿਹੜੇ ਸਾਡੇ ਕੋਲੇ ਸੁਪਰੀਮ ਕੋਰਟ ਕੋਲੇ ਜਾਂ ਹਾਈ ਕੋਰਟ ਕੋਲੇ ਕਿਹੜੀਆਂ ਕਿਹੜੀਆਂ ਸਪੈਸ਼ਲ ਪਾਵਰਸ ਵੀ ਨੇ, ਉਹਨਾਂ ਦੀ ਇੱਥੇ ਡਿਸਕਸ਼ਨ ਕੀਤੀ ਜਾਏਗੀ। ਲਾਸਟ ਨੈਕਸਟ ਟੌਪਿਕ ਰਹੇਗਾ ਤੁਹਾਡਾ ਰਾਈਟ ਟੂ ਇਨਫੋਰਮੇਸ਼ਨ ਐਕਟ 2005। ਇਹਦੇ ਮੇਨ ਫੀਚਰਸ ਕੀ ਨੇ। ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜਾ 2005 ਦੇ ਵਿੱਚ ਇੰਪਲੀਮੈਂਟ ਕੀਤਾ ਗਿਆ, ਜਿਹੜਾ ਅਸੀਂ ਕਹੀਏ ਵੀ ਕਰਪਸ਼ਨ ਦੇ ਅਗੇਂਸਟ ਸਾਡੇ ਕੋਲੇ ਜਿਹੜੀ ਕਾਮਨ ਪਬਲਿਕ ਹੈ ਉਹਦੇ ਕੋਲ ਇੱਕ ਬਹੁਤ ਮਤਲਬ ਮੈਂ ਕਹੂੰਗਾ ਵੀ ਬਹੁਤ ਵੱਡਾ ਵੈਪਨ ਹੈ ਜਿਹੜਾ ਕਰਪਸ਼ਨ ਦੇ ਅਗੇਂਸਟ ਮਤਲਬ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਔਰ ਇਹ ਬਹੁਤ ਹੀ ਸਕਸੈਸਫੁਲ ਕਹਿ ਸਕਦੇ ਹਾਂ ਹੁਣ ਤੱਕ ਦੀਆਂ ਜਿਹੜੀਆਂ ਇਹਦੀਆਂ ਸਟੋਰੀਜ਼ ਨੇ ਜਾਂ ਇਹਦੀ ਇੰਪਲੀਮੈਂਟੇਸ਼ਨ ਦੇ ਜਿਹੜੇ ਸਾਡੇ ਕੋਲ ਰਿਜ਼ਲਟ ਆਏ ਨੇ, ਜਾਂ ਕਈ ਹੋਰ ਸਾਡੇ ਕੋਲ ਇਹੋ ਜਿਹੇ ਸਬਜੈਕਟ ਸਾਹਮਣੇ ਆਏ ਨੇ ਜਾਂ
ਕਈ ਇਹੋ ਜਿਹੇ ਸਾਡੇ ਕੋਲੇ ਘਪਲੇ ਸਾਹਮਣੇ ਆ ਜਿਹੜੇ RTI ਦੇ ਵਿੱਚ ਬਾਹਰ ਨਿਕਲ ਕੇ ਸਾਹਮਣੇ ਆਏ ਨੇ, ਔਰ ਅਸੀਂ ਉਹਦੀ ਗੱਲ ਕਰਾਂਗੇ, ਇਹਦੇ ਮੇਨ ਫੀਚਰਸ ਦੀ ਗੱਲ ਕਰਾਂਗੇ, ਕਿਸ ਤਰ੍ਹਾਂ ਅਸੀਂ ਇਹਨੂੰ RTI ਕਿਸ ਤਰ੍ਹਾਂ ਅਪਲਾਈ ਕਰਨੀ ਹੈ, ਇਹਦੀ ਕੀ ਫੀਸ ਹੈ, ਕੀ ਇਹਦਾ ਕਿਹੜੇ ਕਿਹੜੇ ਆਫਿਸਰਸ ਨੇ, ਕਿਹੜੇ ਅਪੁਆਇੰਟਮੈਂਟ ਕਰਨੀਆਂ ਪੈਣੀਆਂ, ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਅਸੀਂ ਮੰਗ ਸਕਦੇ ਹਾਂ, ਜਾਂ ਕਿਹੜੇ ਕਿਹੜੇ ਸਾਡੇ ਕੋਲੇ ਅਥਾਰਟੀਜ਼ ਨੇ ਜਿਨ੍ਹਾਂ ਕੋਲੇ ਅਸੀਂ ਜਾ ਕੇ ਐਪਲੀਕੇਸ਼ਨ ਲਗਾ ਸਕਦੇ ਹਾਂ। ਇਸੇ ਤਰ੍ਹਾਂ ਸਾਡਾ ਲਾਸਟ ਰਹੇਗਾ ਟੌਪਿਕ ਇਸ B ਸੈਕਸ਼ਨ ਦਾ, ਪੰਜਾਬ ਰਾਈਟ ਟੂ ਸਰਵਿਸ ਐਕਟ 2011 ਜਾਂ 2011। ਮੇਨ ਫੀਚਰਸ ਕੀ ਨੇ ਇਹਦੇ ਪੰਜਾਬ ਰਾਈਟ ਟੂ ਸਰਵਿਸ ਐਕਟ ਦੇ ਮੇਨ ਫੀਚਰ ਕੀ ਨੇ, ਅਸੀਂ ਦੇਖਾਂਗੇ। ਜਦੋਂ ਵੀ ਅਸੀਂ ਸੈਕਟਰੀਏਟ 'ਚ ਜਾਂਦੇ ਹਾਂ ਜਾਂ ਤਹਿਸੀਲ 'ਚ ਜਾਂਦੇ ਹਾਂ ਜਾਂ ਅਸੀਂ ਕਿਤੇ ਜਿਹੜੇ ਐਡਮਿਨਿਸਟ੍ਰੇਟਿਵ ਆਫਿਸ ਦੇ ਵਿੱਚ ਜਾਂਦੇ ਹਾਂ, ਤਾਂ ਉੱਥੇ ਸਪੈਸ਼ਲੀ ਹੁਣ ਰਾਈਟ ਟੂ ਸਰਵਿਸ ਐਕਟ ਦੇ ਪਾਸ ਹੋਣ ਤੋਂ ਬਾਅਦ ਉੱਥੇ ਵੱਡੇ ਵੱਡੇ ਬੈਨਰਸ ਲਗਾਏ ਗਏ ਨੇ, ਬੋਰਡ ਲਗਾਏ ਗਏ ਨੇ, ਤੁਹਾਡੀਆਂ ਸਰਵਿਸ ਦਾ ਟਾਈਮ ਬਾਉਂਡ ਸਰਵਿਸ ਕਰ ਦਿੱਤੀਆਂ। ਤੁਹਾਨੂੰ ਡੇਟ ਆਫ ਬਰਥ ਸਰਟੀਫਿਕੇਟ ਕਿੰਨੇ ਟਾਈਮ 'ਚ ਮਿਲ ਜਾਏਗਾ, ਪਾਸਪੋਰਟ ਕਿੰਨੇ ਟਾਈਮ 'ਚ ਮਿਲ ਜਾਏਗਾ, ਜਾਂ ਇਸ ਤੋਂ ਬਿਨਾਂ ਹੋਰ ਜਿਹੜੀਆਂ ਫੈਸਿਲਿਟੀ ਨੇ, ਤੁਹਾਡੀਆਂ ਫਰਦ ਕੇਂਦਰ ਖੁੱਲ੍ਹੇ ਨੇ ਜਾਂ ਤੁਹਾਡੇ ਸੇਵਾ ਕੇਂਦਰ ਖੋਲ੍ਹੇ ਗਏ ਨੇ, ਹੋਰ ਵੀ ਜਿਹੜੇ ਸਾਡੀ ਆਨਲਾਈਨ ICT ਜਾਂ ਮਤਲਬ ਜਿਹੜੀ ਯੂਜ਼ ਕਰਕੇ ਗਵਰਨਮੈਂਟ ਆਫ ਪੰਜਾਬ ਨੇ ਜਿਹੜੀਆਂ ਸਰਵਿਸਿਜ਼ ਦਾ ਜਿਹੜੀ ਇੰਪਲੀਮੈਂਟੇਸ਼ਨ ਹੈ ਜਾਂ ਡਿਲੀਵਰੀ ਆਫ ਸਰਵਿਸਿਜ਼ ਨੂੰ ਥੋੜ੍ਹਾ ਜਿਹਾ ਕਹਾਂਗੇ ਬਹੁਤ ਅੱਛੇ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਕਰ ਦਿੱਤੀ ਹੈ। ਤਾਂ ਅਸੀਂ ਉਹਦੇ ਬਾਰੇ ਗੱਲ ਕਰਾਂਗੇ, ਇਹਦੇ ਮੇਨ ਫੀਚਰਸ ਦੀ ਗੱਲ ਕਰਾਂਗੇ, ਕਿਸ ਤਰ੍ਹਾਂ ਸਾਡੇ ਕੋਲੇ ਆਮ ਪਬਲਿਕ ਨੂੰ ਕੀ ਰਾਈਟ ਦਿੱਤੇ ਗਏ ਨੇ, ਜੇ ਉਹਨਾਂ ਨੂੰ ਸਰਵਿਸ ਟਾਈਮ 'ਤੇ ਨਹੀਂ ਮਿਲਦੀਆਂ ਤਾਂ ਕਿਹੜੇ ਕਿਹੜੇ ਸਾਡੇ ਕੋਲ ਅਥਾਰਟੀਜ਼ ਨੇ ਜਿਨ੍ਹਾਂ ਤੱਕ ਅਸੀਂ ਅਪਰੋਚ ਕਰ ਸਕਦੇ ਹਾਂ, ਉਹਨਾਂ ਸਾਰਿਆਂ ਦੀ ਗੱਲ ਕਰਾਂਗੇ। ਇਸ ਤਰ੍ਹਾਂ ਇਹ ਤੁਹਾਡਾ ਪੇਪਰ ਜਿਹੜਾ ਹੈ ਇੰਡੀਅਨ ਐਡਮਿਨਿਸਟ੍ਰੇਸ਼ਨ ਦਾ ਪੇਪਰ ਪਾਰਟ ਫਸਟ ਦੇ ਵਿੱਚ ਅਸੀਂ ਸੈਂਟਰ ਗਵਰਨਮੈਂਟ ਦੀ ਗੱਲ ਕੀਤੀ ਹੈ, ਔਰ ਪਾਰਟ ਸੈਕਿੰਡ ਦੇ ਵਿੱਚ ਅਸੀਂ ਸਟੇਟ ਗਵਰਨਮੈਂਟ ਦੀ ਗੱਲ ਕਰਾਂਗੇ। ਸਟੇਟ ਗਵਰਨਮੈਂਟ ਦੇ 2 ਐਕਟ, ਬਹੁਤ ਹੀ ਇੰਪੋਰਟੈਂਟ ਐਕਟ ਦੀ ਗੱਲ ਕਰਾਂਗੇ, ਜਿਹੜੇ ਮੈਂ ਕਹਾਂਗਾ ਵੀ ਜਿਹੜਾ ਕਿ ਇੱਕ ਕਾਫੀ ਜਿਹਨੇ ਬਹੁਤ ਵੱਡੇ ਚੇਂਜ ਲੈ ਕੇ ਆਏ ਨੇ, ਜਿਹੜੇ ਐਡਮਿਨਿਸਟ੍ਰੇਸ਼ਨ ਦੀ ਵਰਕਿੰਗ ਦੇ ਵਿੱਚ ਵੱਡੇ ਚੇਂਜ ਲਿਆਉਣ ਵਾਲੇ ਜਿਹੜੇ 2 ਐਕਟ ਨੇ, ਉਹਨਾਂ ਦੀ ਅਸੀਂ ਇਸ ਪੇਪਰ ਦੇ ਵਿੱਚ ਗੱਲ ਕਰਾਂਗੇ। ਤਾਂ ਅਸੀਂ ਇਸ ਤੋਂ ਬਿਨਾਂ ਜੇ ਬੱਚੇ ਤੁਸੀਂ ਵਿਦਿਆਰਥੀ ਹੋ, ਪਿਆਰੇ ਵਿਦਿਆਰਥੀ ਹੋ, ਜੇ ਤੁਸੀਂ ਹੋਰ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ, ਤੁਹਾਡੀ ਕੁਐਰੀਜ਼ ਹੈਗੀਆਂ, ਤੁਹਾਡੇ ਕੋਲ ਮੇਰਾ ਨੰਬਰ ਹੈ, ਜਾਂ ਤੁਸੀਂ ਖਾਲਸਾ ਕਾਲਜ ਪਟਿਆਲਾ ਦੇ YouTube ਚੈਨਲ, ਵੈਬ ਚੈਨਲ 'ਤੇ, ਵੈਬ TV 'ਤੇ ਜਾ ਸਕਦੇ ਹੋ, ਜਾਂ ਡਿਪਾਰਟਮੈਂਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ YouTube ਚੈਨਲ 'ਤੇ ਜਾ ਕੇ ਵੀਡੀਓਜ਼ ਦੇਖ ਸਕਦੇ ਹੋ। ਨਵੀਆਂ ਵੀਡੀਓਜ਼ ਅਸੀਂ ਅਪਲੋਡ ਕਰਾਂਗੇ। ਇਸ ਤੋਂ ਬਿਨਾਂ ਜੇ ਤੁਹਾਡੀਆਂ ਹੋਰ ਐਡਮਿਸ਼ਨ ਦੇ ਰਿਲੇਟਡ ਕੁਐਰੀਜ਼ ਨੇ, ਜਾਂ ਕਿਸੇ ਤਰ੍ਹਾਂ ਦੀ ਵੀ ਹੋਰ ਸਿਲੇਬਸ ਦੇ ਰਿਲੇਟਡ ਕੁਐਰੀਜ਼ ਨੇ, ਉਹ ਤੁਸੀਂ ਸਾਡੀ ਵੈਬਸਾਈਟ ਜਾਂ ਲੌਗਇਨ ਪੇਜ 'ਤੇ ਲੌਗਇਨ ਕਰ ਸਕਦੇ ਹੋ। ਜਿਹੜੇ ਸਾਡੇ 2 ਲੌਗਇਨ ਪੇਜ ਨੇ, www.kcpadmissions.in, ਔਰ ਦੂਸਰਾ ਹੈ ਜਿਹੜਾ ਮੇਨ ਪੇਜ ਹੈ ਸਾਡਾ www.khalsacollegepatiala.org 'ਤੇ ਵੀ ਲੌਗਇਨ ਕਰ ਸਕਦੇ ਹੋ। ਥੈਂਕ ਯੂ।